ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਐਮਏ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਤਾਂ ਹਾਂਜੀ ਦੋਸਤੋ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਮਾਜਿਕ ਵਿਗਿਆਨ ਦੇ ਲਈ 2 ਅੰਕ ਵਾਲੇ ਇੰਪੋਰਟੈਂਟ ਪ੍ਰਸ਼ਨ ਉੱਤਰ ਲੈ ਕੇ ਆ ਚੁੱਕਿਆ ਵਿਦ ਸੋਲਿਊਸ਼ਨ ਦੱਸਾਂਗੇ। ਹਾਂਜੀ ਦੋਸਤੋ ਦੇਖ ਸਕਦੇ ਹੋ ਭਾਗ ਐੜਾ ਪਿਆਰੇ ਵਿਦਿਆਰਥੀਓ, ਇਸ ਭਾਗ ਵਿੱਚ 2-2 ਅੰਕਾਂ ਦੇ 10 ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਦਾ ਉੱਤਰ 25 ਤੋਂ 30 ਸ਼ਬਦਾਂ ਵਿੱਚ ਹੋਣਾ ਲਾਜ਼ਮੀ ਹੈ। ਇਹ ਪ੍ਰਸ਼ਨ ਜਿਨ੍ਹਾਂ ਪਾਠਾਂ ਵਿੱਚੋਂ ਆਉਣੇ ਹਨ ਉਹਨਾਂ ਪਾਠਾਂ ਦੇ ਮਹੱਤਵਪੂਰਨ ਪ੍ਰਸ਼ਨ ਹੇਠਾਂ ਹੱਲ ਕਰ ਦਿੱਤੇ ਗਏ ਹਨ। ਹੇਠਾਂ ਦਿੱਤੇ ਪਾਠਾਂ ਤੋਂ ਬਿਨਾਂ ਕਿਸੇ ਵੀ ਹੋਰ ਪਾਠ ਵਿੱਚ 2 ਅੰਕ ਦੇ ਪ੍ਰਸ਼ਨ ਨਹੀਂ ਪੁੱਛੇ ਜਾਣਗੇ। ਪਾਠ ਤੀਜਾ ਹੈਗਾ ਖਣਿਜ ਅਤੇ ਸ਼ਕਤੀ ਸਾਧਨ। ਪਾਠ 5 ਆਫਤ ਪ੍ਰਬੰਧਨ। ਪਾਠ 13ਵਾਂ ਸਿੱਖਿਆ ਅਤੇ ਅੰਗਰੇਜ਼ੀ ਰਾਜ। ਪਾਠ ਨੰਬਰ 14 ਇਸਤਰੀਆਂ ਅਤੇ ਸੁਧਾਰ। ਪਾਠ 15 ਜਾਤੀ ਪ੍ਰਥਾ ਨੂੰ ਚੁਣੌਤੀ। ਪਾਠ 16 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ। ਪਾਠ ਨੰਬਰ 25 ਨਿਆਂਪਾਲਿਕਾ ਦੀ ਕਾਰਜਵਿਧੀ ਅਤੇ ਵਿਸ਼ੇਸ਼ ਅਧਿਕਾਰ। ਪਾਠ 26 ਹੈਗਾ ਸਮਾਜਿਕ ਅਸਮਾਨਤਾਵਾਂ। ਸਾਰਿਆਂ ਤੋਂ ਪਹਿਲਾਂ ਕਰਾਂਗੇ ਪਾਠ ਨੰਬਰ 3 ਖਣਿਜ ਅਤੇ ਸ਼ਕਤੀ ਸਾਧਨ। ਇਸ ਪਾਠ ਵਿੱਚੋਂ 2 ਅੰਕਾਂ ਦਾ 1 ਪ੍ਰਸ਼ਨ ਆਵੇਗਾ। ਨੰਬਰ 1 ਪ੍ਰਸ਼ਨ ਹੈਗਾ ਖਣਿਜ ਪਦਾਰਥਾਂ ਦੀ ਪਰਿਭਾਸ਼ਾ ਲਿਖੋ। ਖਣਿਜ ਪਦਾਰਥ ਉਹ ਕੁਦਰਤੀ ਪਦਾਰਥ ਹਨ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਹਨ। ਇਹ ਆਪਣੇ ਭੌਤਿਕ ਅਤੇ ਰਸਾਇਣਿਕ ਗੁਣਾਂ ਕਰਕੇ ਪਹਿਚਾਣੇ ਜਾਂਦੇ ਹਨ। ਪ੍ਰਸ਼ਨ 2 ਹੈਗਾ ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ। ਆਨਸਰ ਹੈਗਾ ਭਾਰਤ ਵਿੱਚ ਕੱਚਾ ਲੋਹਾ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਵਿੱਚ ਮਿਲਦਾ ਹੈ। ਝਾਰਖੰਡ ਦੇ ਸਿੰਘਭੂਮ, ਉੜੀਸਾ ਦੇ ਮਯੂਰਭੰਜ, ਛੱਤੀਸਗੜ੍ਹ ਦੇ ਦੁਰਗ ਅਤੇ ਮਸਤਰ ਚੰਗੀ ਕਿਸਮ ਦੇ ਕੱਚੇ ਲੋਹੇ ਵਾਸਤੇ ਪ੍ਰਸਿੱਧ ਹਨ। ਨੰਬਰ 3 ਤਾਂਬੇ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ। ਤਾਂਬੇ ਦੀ ਵਰਤੋਂ ਭਾਂਡੇ, ਸਿੱਕੇ, ਬਿਜਲੀ ਦੀਆਂ ਤਾਰਾਂ ਅਤੇ ਹੋਰ ਬਿਜਲੀ ਦੇ ਉਪਕਰਨ ਬਣਾਉਣ ਵਿੱਚ ਕੀਤੀ ਜਾਂਦੀ ਹੈ। ਪ੍ਰਸ਼ਨ 4 ਭਾਰਤ ਵਿੱਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਦੇ ਨਾਂ ਲਿਖੋ। ਆਨਸਰ ਹੈਗਾ ਭਾਰਤ ਵਿੱਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਕਰਨਾਟਕ ਵਿੱਚ ਕੋਲਾਰ ਅਤੇ ਹੱਟੀ ਅਤੇ ਮੱਧ ਪ੍ਰਦੇਸ਼ ਵਿੱਚ ਰਾਮਗਿਰੀ ਹੈ। ਪ੍ਰਸ਼ਨ 5 ਪਰਮਾਣੂ ਪਦਾਰਥਾਂ ਦੀ ਵਰਤੋਂ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਆਨਸਰ ਪਰਮਾਣੂ ਪਦਾਰਥਾਂ ਦੀ ਵਰਤੋਂ ਬੜੀ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਦੀ ਵਰਤੋਂ ਦੇਸ਼ ਦੇ ਵਿਕਾਸ ਲਈ ਕਰਨੀ ਚਾਹੀਦੀ ਹੈ, ਨਾ ਕਿ ਵਿਨਾਸ਼ ਲਈ। ਪ੍ਰਸ਼ਨ 6 ਸ਼ਕਤੀ ਦੇ ਨਵੇਂ ਸਾਧਨ ਜਾਂ ਗੈਰ ਪਰੰਪਰਾਗਤ ਕਿਹੜੇ ਹਨ। ਆਨਸਰ ਸ਼ਕਤੀ ਦੇ ਨਵੇਂ ਸਾਧਨ ਪਣ ਬਿਜਲੀ, ਸੂਰਜੀ ਊਰਜਾ, ਵਾਯੂ ਸ਼ਕਤੀ, ਭੂ ਤਾਪੀ ਊਰਜਾ ਅਤੇ ਜਵਾਰੀ ਊਰਜਾ ਹਨ। ਪਾਠ 5ਵਾਂ ਆਫਤ ਪ੍ਰਬੰਧਨ। ਇਸ ਪਾਠ ਵਿੱਚ 2 ਅੰਕਾਂ ਦੇ 2 ਪ੍ਰਸ਼ਨ ਆਉਣਗੇ। ਪ੍ਰਸ਼ਨ 1 ਭੂਚਾਲ ਤੋਂ ਕੀ ਭਾਵ ਹੈ, ਇਸ ਨੂੰ ਕਿਵੇਂ ਮਾਪਿਆ ਜਾਂਦਾ ਹੈ। ਧਰਤੀ ਦੇ ਹਿੱਲਣ ਨੂੰ ਅਸੀਂ ਭੂਚਾਲ ਕਹਿੰਦੇ ਹਾਂ। ਕਈ ਵਾਰ ਭੂਚਾਲ ਦੀ ਤੀਬਰਤਾ ਜ਼ਿਆਦਾ ਹੋਣ ਕਰਕੇ ਹਰ ਪਾਸੇ ਤਬਾਹੀ ਮਚ ਜਾਂਦੀ ਹੈ। ਇਸ ਦੀ ਤੀਬਰਤਾ ਨੂੰ ਰਿਕਟਰ ਸਕੇਲ ਨਾਲ ਮਾਪਿਆ ਜਾਂਦਾ ਹੈ। ਪ੍ਰਸ਼ਨ 2 ਜਵਾਲਾਮੁਖੀ ਕਿਸ ਨੂੰ ਕਹਿੰਦੇ ਹਨ, ਇਸ ਦੀਆਂ ਕਿਸਮਾਂ ਦੇ ਨਾਂ ਲਿਖੋ। ਧਰਤੀ ਦੇ ਕਮਜ਼ੋਰ ਹਿੱਸੇ ਤੋਂ ਲਾਵੇ ਦੇ ਰੂਪ ਵਿੱਚ ਬਾਹਰ ਆਉਣ ਵਾਲ ਨੂੰ ਜਵਾਲਾਮੁਖੀ ਕਹਿੰਦੇ ਹਨ। ਜਵਾਲਾਮੁਖੀ ਦੀਆਂ ਕਿਸਮਾਂ ਨੰਬਰ 1 ਕਿਰਿਆਸ਼ੀਲ ਜਵਾਲਾਮੁਖੀ, ਨੰਬਰ 2 ਸੁੱਤੇ ਹੋਏ ਜਵਾਲਾਮੁਖੀ, ਨੰਬਰ 3 ਬੁੱਝੇ ਹੋਏ ਜਵਾਲਾਮੁਖੀ। ਪ੍ਰਸ਼ਨ 3 ਸੁਨਾਮੀ ਕਿਵੇਂ ਪੈਦਾ ਹੁੰਦੀ ਹੈ। ਆਨਸਰ ਹੈਗਾ ਸੁਨਾਮੀ ਇੱਕ ਤਰ੍ਹਾਂ ਦੀਆਂ ਸਮੁੰਦਰੀ ਲਹਿਰਾਂ ਨੇ। ਇਹ ਸਮੁੰਦਰ ਵਿੱਚ ਉੱਚੀਆਂ ਉੱਠਦੀਆਂ ਹਨ। ਇਹ ਭੂਚਾਲ ਜਵਾਲਾਮੁਖੀ ਧਰਤੀ ਦੇ ਖਿਸਕਣ ਨਾਲ ਪੈਦਾ ਹੁੰਦੀਆਂ ਹਨ। ਇਹ ਤਾਂ ਬਹੁਤ ਤਬਾਹੀ ਕਰਦੀਆਂ ਹਨ। ਪ੍ਰਸ਼ਨ 4 ਚੱਕਰਵਾਤ ਕੀ ਹੁੰਦਾ ਹੈ, ਇਸ ਨੂੰ ਹੋਰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਚੱਕਰਵਾਤ ਤੂਫਾਨ ਜਾਂ ਤੇਜ਼ ਹਵਾਵਾਂ ਹੁੰਦੀਆਂ ਹਨ ਜਿਸ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਨਾਲੋਂ ਵੀ ਵੱਧ ਹੁੰਦੀ ਹੈ। ਇਹ ਹਵਾ ਦੇ ਘੱਟ ਦਬਾਅ ਨਾਲ ਪੈਦਾ ਹੁੰਦੀਆਂ ਹਨ। ਚੱਕਰਵਾਤ ਨੂੰ ਹੇਠ ਲਿਖੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਅਮਰੀਕਾ ਵਿੱਚ ਹਰੀਕੇਨ, ਦੱਖਣ ਪੂਰਬ ਏਸ਼ੀਆ ਵਿੱਚ ਤਾਈਫੂਨ ਅਤੇ ਭਾਰਤ ਵਿੱਚ ਹਨੇਰੀ ਜਾਂ ਤੂਫਾਨ ਕਿਹਾ ਜਾਂਦਾ ਹੈ। ਅਗਲਾ ਕੁਸ਼ਚਨ ਹੈਗਾ ਮਨੁੱਖੀ ਆਫਤਾਂ ਕਿਸ ਨੂੰ ਕਹਿੰਦੇ ਹਨ। ਆਨਸਰ ਹੈਗਾ ਮਨੁੱਖੀ ਆਫਤਾਂ ਉਹ ਆਫਤਾਂ ਹਨ ਜੋ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ, ਉਹਨਾਂ ਨੂੰ ਮਨੁੱਖੀ ਆਫਤਾਂ ਕਹਿੰਦੇ ਹਨ। ਇਹ ਕੰਮ ਮਨੁੱਖ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਕਰਦਾ ਹੈ। ਬੰਬ ਧਮਾਕੇ ਅਤੇ ਅੱਤਵਾਦੀ ਹਮਲੇ ਆਦਿ ਇਸ ਦੀਆਂ ਉਦਾਹਰਨਾਂ ਹਨ। ਪ੍ਰਸ਼ਨ 6 ਮਹਾਂਮਾਰੀ ਤੋਂ ਤੁਹਾਡਾ ਕੀ ਭਾਵ ਹੈ। ਆਨਸਰ ਜਦੋਂ ਕੋਈ ਬਿਮਾਰੀ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਉਸ ਨੂੰ ਮਹਾਂਮਾਰੀ ਕਹਿੰਦੇ ਹਨ। ਹੈਜ਼ਾ, ਡੇਂਗੂ ਬੁਖਾਰ ਜਾਂ ਦਸਤ ਵਰਗੀਆਂ ਬਿਮਾਰੀਆਂ ਕਦੀ ਕਦੀ ਮਹਾਂਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਤੋਂ ਅੱਗੇ ਆਪਣਾ ਲੈਸਨ ਹੈਗਾ ਪਾਠ ਨੰਬਰ 13 ਸਿੱਖਿਆ ਅਤੇ ਅੰਗਰੇਜ਼ੀ ਰਾਜ। ਨੋਟ ਹੈਗਾ ਜਿਹੜਾ ਇਸ ਪਾਠ ਵਿੱਚ 2 ਅੰਕਾਂ ਦਾ 1 ਪ੍ਰਸ਼ਨ ਆਊਗਾ। ਪ੍ਰਸ਼ਨ ਪਹਿਲਾ ਭਾਰਤ ਵਿੱਚ ਨਵੀਂ ਸਿੱਖਿਆ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ। ਇਸ ਦਾ ਆਨਸਰ ਹੈਗਾ ਅੰਗਰੇਜ਼ਾਂ ਨੇ। ਪ੍ਰਸ਼ਨ 2 ਹੈਗਾ ਵੁੱਡ ਡਿਸਪੈਚ ਕਿਸ ਨੇ ਸ਼ੁਰੂ ਕੀਤਾ। ਆਨਸਰ ਹੈਗਾ ਵੁੱਡ ਡਿਸਪੈਚ ਚਾਰਲਸ ਵੁੱਡ ਨੇ ਸ਼ੁਰੂ ਕੀਤਾ। ਪ੍ਰਸ਼ਨ 3 ਮੁਸਲਿਮ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ। ਆਨਸਰ ਹੈਗਾ ਮੁਸਲਿਮ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ 1875 ਈਸਵੀ ਵਿੱਚ ਅਲੀਗੜ੍ਹ ਵਿੱਚ ਕੀਤੀ ਗਈ। ਪ੍ਰਸ਼ਨ 4 ਸਰ ਸੈਯਦ ਅਹਿਮਦ ਖਾਨ ਨੂੰ ਸਰ ਦੀ ਉਪਾਧੀ ਕਦੋਂ ਮਿਲੀ ਅਤੇ ਉਹਨਾਂ ਦਾ ਦੇਹਾਂਤ ਕਦੋਂ ਹੋਇਆ। ਆਨਸਰ ਹੈਗਾ ਸਰ ਸੈਯਦ ਅਹਿਮਦ ਖਾਨ ਨੂੰ ਸਰ ਦੀ ਉਪਾਧੀ 1898 ਈਸਵੀ ਵਿੱਚ ਮਿਲੀ ਅਤੇ ਉਹਨਾਂ ਦਾ ਦੇਹਾਂਤ 1898 ਈਸਵੀ ਵਿੱਚ ਹੋਇਆ। ਪ੍ਰਸ਼ਨ 5 ਰਾਜਾ ਰਾਮ ਮੋਹਨ ਰਾਏ ਕਿਹੜੀਆਂ ਭਾਸ਼ਾਵਾਂ ਦੇ ਵਿਦਵਾਨ ਸਨ। ਆਨਸਰ ਰਾਜਾ ਰਾਮ ਮੋਹਨ ਰਾਏ ਬੰਗਾਲੀ, ਫਾਰਸੀ, ਸੰਸਕ੍ਰਿਤ, ਉਰਦੂ, ਅੰਗਰੇਜ਼ੀ
ਤੇ ਗ੍ਰੀਕ ਭਾਸ਼ਾਵਾਂ ਦੇ ਵਿਦਵਾਨ ਸਨ। ਪ੍ਰਸ਼ਨ 6, ਈਸ਼ਵਰ ਚੰਦਰ ਵਿਦਿਆਸਾਗਰ ਨੇ ਕਿਹੜੀ ਪੁਸਤਕ ਲਿਖੀ? ਇਸ ਦਾ ਆਨਸਰ ਹੈਗਾ ਪ੍ਰੀਮਰ ਵਰਨਾ ਪ੍ਰੀਚਿਆ। ਅੱਗੇ ਆਉਂਦਾ ਆਪਣਾ ਪਾਠ 14 ਇਸਤਰੀਆਂ ਅਤੇ ਸੁਧਾਰ। ਇਸ ਪਾਠ ਵਿੱਚ 2 ਅੰਕਾਂ ਦਾ ਇੱਕ ਪ੍ਰਸ਼ਨ ਆਵੇਗਾ। ਤਾਂ ਆਨਸਰ ਪ੍ਰਸ਼ਨ ਪਹਿਲਾ ਹੈਗਾ ਸਤੀ ਪ੍ਰਥਾ ਨੂੰ ਕਦੋਂ, ਕਿਸਨੇ ਅਤੇ ਕਿਸ ਦੇ ਯਤਨਾਂ ਸਦਕਾ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ? ਆਨਸਰ ਹੈਗਾ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ ਵਿਲੀਅਮ ਬੈਂਟਿਕ ਨੇ 1829 ਈਸਵੀ ਵਿੱਚ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ। ਪ੍ਰਸ਼ਨ 2, ਕਿਸ ਸਾਲ ਵਿਧਵਾ ਵਿਆਹ ਦੀ ਆਗਿਆ ਦਿੱਤੀ ਗਈ? ਆਨਸਰ ਹੈਗਾ ਬੰਗਾਲ ਦੇ ਮਹਾਨ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਯਤਨਾਂ ਨਾਲ 1856 ਈਸਵੀ ਵਿੱਚ ਵਿਧਵਾ ਵਿਆਹ ਕਰਾਉਣ ਦੀ ਆਗਿਆ ਦਿੱਤੀ ਗਈ। ਪ੍ਰਸ਼ਨ 3, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ? ਆਨਸਰ ਹੈਗਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ 1920 ਈਸਵੀ ਵਿੱਚ ਕੀਤੀ ਗਈ। ਇਸ ਦੀ ਸਥਾਪਨਾ ਸਰ ਸੈਯਦ ਅਹਿਮਦ ਖਾਨ ਨੇ ਕੀਤੀ। ਅੱਗੇ ਹੈਗਾ ਪ੍ਰਸ਼ਨ ਚੌਥਾ, ਨਾਮਧਾਰੀ ਅੰਦੋਲਨ ਦੀ ਸਥਾਪਨਾ ਕਦੋਂ, ਕਿੱਥੇ ਅਤੇ ਕਿਸ ਦੁਆਰਾ ਕੀਤੀ ਗਈ? ਆਨਸਰ ਹੈਗਾ ਨਾਮਧਾਰੀ ਅੰਦੋਲਨ ਦੀ ਸਥਾਪਨਾ 12 ਅਪ੍ਰੈਲ 1857 ਈਸਵੀ ਨੂੰ ਭੈਣੀ ਸਾਹਿਬ ਵਿੱਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਕੀਤੀ ਗਈ। ਪ੍ਰਸ਼ਨ 5, ਸਿੰਘ ਸਭਾ ਦੀ ਇਸਤਰੀ ਸਿੱਖਿਆ ਪ੍ਰਾਪਤ ਕਰਨ ਲਈ ਕਿੱਥੇ ਕਿੱਥੇ ਵਿਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ? ਆਨਸਰ ਹੈਗਾ ਸਿੰਘ ਸਭਾ ਨੇ ਇਸਤਰੀ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਸਿੱਖ ਕੰਨਿਆ ਮਹਾਵਿਦਿਆਲਿਆ ਫਿਰੋਜ਼ਪੁਰ, ਖਾਲਸਾ ਭੁਜੰਗ ਸਕੂਲ ਕੈਰੋ ਅਤੇ ਵਿਦਿਆ ਭੰਡਾਰ ਆਦਿ ਪ੍ਰਸਿੱਧ ਕੰਨਿਆਵਾਂ ਵਿਦਿਆਲੇ ਸਨ। ਪਾਠ 15ਵਾਂ ਜਾਤੀ ਪ੍ਰਥਾ ਨੂੰ ਚੁਣੌਤੀ। ਇਸ ਪਾਠ ਵਿੱਚੋਂ 2 ਅੰਕਾਂ ਦਾ ਇੱਕ ਪ੍ਰਸ਼ਨ ਆਵੇਗਾ। ਨੰਬਰ 1, ਜੋਤੀਬਾ ਫੂਲੇ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਿਹੜੇ ਕਾਰਜ ਕੀਤੇ? ਜੋਤੀਬਾ ਫੂਲੇ ਇੱਕ ਮਹਾਨ ਭਾਰਤੀ ਵਿਚਾਰਕ ਅਤੇ ਸਮਾਜ ਸੇਵਕ ਸਨ। ਸਿੱਖਿਆ ਪ੍ਰਦਾਨ ਕਰਨਾ। ਸਭ ਤੋਂ ਪਹਿਲਾਂ ਉਹਨਾਂ ਨੇ ਨੀਵੀਂ ਜਾਤੀ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਪੂਨੇ ਵਿੱਚ 3 ਸਕੂਲ ਖੋਲ੍ਹੇ। ਇਹਨਾਂ ਸਕੂਲਾਂ ਵਿੱਚ ਉਹ ਆਪ ਅਤੇ ਉਸ ਦੀ ਪਤਨੀ ਸਵਿਤਰੀ ਬਾਈ ਪੜ੍ਹਾਉਂਦੇ ਸਨ। ਅੱਗੇ ਹੈਗਾ ਨੰਬਰ 2, ਆਰਥਿਕ ਸ਼ੋਸ਼ਣ ਦੀ ਨਿੰਦਾ। ਉਹਨਾਂ ਨੇ ਆਪਣੀਆਂ ਪੁਸਤਕਾਂ ਵਿੱਚ ਬ੍ਰਾਹਮਣਾਂ ਅਤੇ ਪ੍ਰੋਤਾਂ ਵੱਲੋਂ ਕਈ ਤਰ੍ਹਾਂ ਦੇ ਰੀਤੀ ਰਿਵਾਜਾਂ ਦੁਆਰਾ ਹੋ ਰਹੇ ਅਤਿਆਚਾਰਾਂ ਦੀ ਨਿੰਦਾ ਕੀਤੀ ਗਈ। ਉਹਨਾਂ ਨੇ ਨੀਵੀਂ ਜਾਤਾਂ ਦੇ ਲੋਕਾਂ ਨੂੰ ਬ੍ਰਾਹਮਣ ਅਤੇ ਪ੍ਰੋਤਾਂ ਤੋਂ ਬਿਨਾਂ ਵਿਆਹ ਦੀਆਂ ਰਸਮਾਂ ਕਰਨ ਦੀ ਸਲਾਹ ਦਿੱਤੀ। ਪੁਆਇੰਟ ਨੰਬਰ 3, ਸੱਤਿਆ ਸੋਧਕ ਸਮਾਜ ਦੀ ਸਥਾਪਨਾ 24 ਸਤੰਬਰ 1873 ਈਸਵੀ ਨੂੰ ਇਸ ਸੰਸਥਾ ਦੀ ਸਥਾਪਨਾ ਕੀਤੀ, ਜਿਸ ਵਿੱਚ ਉਹਨਾਂ ਨੇ ਗਰੀਬ ਕਿਸਾਨਾਂ ਅਤੇ ਕਾਸ਼ਤਕਾਰਾਂ ਦੀ ਹਾਲਤ ਸੁਧਾਰਨ ਦੇ ਲਈ ਅਪੀਲ ਕੀਤੀ ਅਤੇ ਕਿਹਾ ਕਿ ਉਹਨਾਂ ਤੋਂ ਜਾਇਜ਼ ਭੂਮੀ ਕਰ ਲਿਆ ਜਾਵੇ। ਇਨ੍ਹਾਂ ਸੁਧਾਰਾਂ ਕਰਕੇ ਉਹਨਾਂ ਨੂੰ ਮਹਾਤਮਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਪ੍ਰਸ਼ਨ ਨੰਬਰ 2, ਸਮਾਜ ਸੁਧਾਰਕਾਂ ਨੇ ਜਾਤੀ ਪ੍ਰਥਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ? ਆਨਸਰ ਹੈਗਾ ਸਮਾਜ ਵਿੱਚ ਬ੍ਰਾਹਮਣਾਂ ਦਾ ਬਹੁਤ ਸਤਿਕਾਰ ਸੀ, ਜਦਕਿ ਸ਼ੂਦਰ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਉਹ ਉੱਚੀ ਜਾਤੀ ਦੇ ਲੋਕਾਂ ਨਾਲ ਮੇਲ ਜੋਲ ਨਹੀਂ ਕਰ ਸਕਦੇ ਸਨ। ਉਹਨਾਂ ਨੂੰ ਖੂਹਾਂ ਉੱਤੇ ਪਾਣੀ ਨਹੀਂ ਭਰਨ ਦਿੱਤਾ ਜਾਂਦਾ ਸੀ, ਨਾ ਹੀ ਉਹ ਮੰਦਰਾਂ ਵਿੱਚ ਜਾ ਕੇ ਵੇਦਾਂ ਦਾ ਪਾਠ ਕਰ ਸਕਦੇ ਸਨ। ਉਹਨਾਂ ਨੂੰ ਅਛੂਤ ਸਮਝਿਆ ਜਾਂਦਾ ਸੀ। ਸ਼ੂਦਰਾਂ ਨੂੰ ਸਫਾਈ ਕਰਨ, ਜੁੱਤੀਆਂ ਬਣਾਉਣ, ਮਰੇ ਹੋਏ ਪਸ਼ੂਆਂ ਨੂੰ ਚੁੱਕਣ, ਚਮੜਾ ਬਣਾਉਣ ਆਦਿ ਕੰਮਾਂ ਲਈ ਮਜਬੂਰ ਕੀਤਾ ਜਾਂਦਾ ਸੀ। ਇਹਨਾਂ ਲੋਕਾਂ ਨੂੰ ਅਤਿਆਚਾਰਾਂ ਤੋਂ ਬਚਾਉਣ ਲਈ ਸਮਾਜ ਸੁਧਾਰਕਾਂ ਨੇ ਜਾਤੀ ਪ੍ਰਥਾ ਨੂੰ ਨਿਸ਼ਾਨਾ ਬਣਾਇਆ। ਪ੍ਰਸ਼ਨ 3, ਵੀਰ ਸਲਿੰਗਮ ਨੂੰ ਅਜੋਕੇ ਆਂਧਰਾ ਪ੍ਰਦੇਸ਼ ਦਾ ਪੈਗੰਬਰ ਕਿਉਂ ਕਿਹਾ ਜਾਂਦਾ ਹੈ? ਆਨਸਰ ਹੈਗਾ ਵੀਰ ਸਲਿੰਗਮ ਆਂਧਰਾ ਪ੍ਰਦੇਸ਼ ਦੇ ਇੱਕ ਮਹਾਨ ਵਿਦਵਾਨ ਅਤੇ ਸਮਾਜ ਸੁਧਾਰਕ ਸਨ। ਉਹਨਾਂ ਨੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਮੇਂ ਹੀ ਸਮਾਜ ਵਿੱਚ ਪ੍ਰਚਲਿਤ ਖੋਖਲੇ ਰੀਤੀ ਰਿਵਾਜਾਂ ਅਤੇ ਧਾਰਮਿਕ ਵਿਸ਼ਵਾਸਾਂ ਦੀ ਨਿੰਦਾ ਕੀਤੀ। ਸਕੂਲ ਵਿੱਚ ਅਧਿਆਪਕ ਹੁੰਦੇ ਹੋਏ ਉਹ ਇਸਤਰੀਆਂ ਅਤੇ ਪੁਰਸ਼ਾਂ ਦੇ ਬਰਾਬਰ ਅਧਿਕਾਰ ਅਤੇ ਅੰਤਰਜਾਤੀ ਵਿਦਿਆ ਦੇ ਵਿਆਹ ਦੇ ਪੱਖ ਵਿੱਚ ਸਨ। ਉਹਨਾਂ ਨੇ ਜਾਤੀ ਪ੍ਰਥਾ ਦੀ ਸਖਤ ਨਿੰਦਾ ਕੀਤੀ ਅਤੇ ਛੂਤ-ਛਾਤ ਖਤਮ ਕਰਨ ਲਈ ਪ੍ਰਚਾਰ ਕੀਤਾ। ਪ੍ਰਸ਼ਨ 4, ਸ਼੍ਰੀ ਨਾਰਾਇਣ ਗੁਰੂ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਕੀ ਯੋਗਦਾਨ ਪਾਇਆ? ਆਨਸਰ ਹੈਗਾ ਸ਼੍ਰੀ ਨਾਰਾਇਣ ਗੁਰੂ ਕੇਰਲ ਰਾਜ ਦੇ ਮਹਾਨ ਸਮਾਜ ਸੁਧਾਰਕ ਸਨ। ਉਹਨਾਂ ਦਾ ਜਨਮ 1856 ਈਸਵੀ ਵਿੱਚ ਇਜਹੇਵਜ਼ ਜਾਤੀ ਵਿੱਚ ਕੇਰਲ ਦੇ ਸਥਾਨ 'ਤੇ ਹੋਇਆ। ਉੱਚੀ ਜਾਤੀ ਦੇ ਲੋਕ ਇਸ ਜਾਤੀ ਨੂੰ ਅਛੂਤ ਸਮਝਦੇ ਸਨ। ਉਹਨਾਂ ਨੇ ਨੀਵੀਂ ਜਾਤੀਆਂ ਦੀ ਹਾਲਤ ਸੁਧਾਰਨ ਲਈ 1903 ਵਿੱਚ ਸ਼੍ਰੀ ਨਾਰਾਇਣ ਧਰਮ ਪਰਿਪਾਲਨ ਯੋਗਮ ਦੀ ਸਥਾਪਨਾ ਕੀਤੀ। ਉਹਨਾਂ ਨੇ ਜਾਤੀ ਅਤੇ ਧਰਮ ਦੇ ਆਧਾਰ 'ਤੇ ਕੀਤੇ ਜਾਂਦੇ ਭੇਦਭਾਵ ਦਾ ਵਿਰੋਧ ਕੀਤਾ। ਪ੍ਰਸ਼ਨ 5, ਮਹਾਤਮਾ ਗਾਂਧੀ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਅਤੇ ਉਸ ਦਾ ਭਾਵ ਅਰਥ ਕੀ ਹੈ? ਮਹਾਤਮਾ ਗਾਂਧੀ ਜੀ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਲਈ ਵਰਤੇ ਜਾਂਦੇ ਅਛੂਤ, ਪੰਜਵਾਂ, ਪ੍ਰੀਹਾਂ ਆਦਿ ਸ਼ਬਦਾਂ ਦੀ ਥਾਂ ਹਰੀਜਨ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕੀਤੀ, ਜਿਸ ਦਾ ਭਾਵ ਅਰਥ ਹੈ ਈਸ਼ਵਰ ਦੇ ਬੱਚੇ। ਗਾਂਧੀ ਜੀ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ 11 ਫਰਵਰੀ 1933 ਈਸਵੀ ਨੂੰ ਸਪਤਾਹਕ ਸਮਾਚਾਰ ਪੱਤਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। 7 ਨਵੰਬਰ 1933 ਈਸਵੀ ਨੂੰ ਉਹਨਾਂ ਨੇ ਵਾਰਧਨਾ ਸਾਧਨ ਤੇ ਹਰੀਜਨਾਂ ਦੀ ਭਲਾਈ ਲਈ ਦੌਰਾ ਕੀਤਾ। ਪ੍ਰਸ਼ਨ 6, ਮਹਾਤਮਾ ਗਾਂਧੀ ਜੀ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕੀਤੇ ਗਏ
ਕਾਰਜਾਂ ਦਾ ਵਰਣਨ ਕਰੋ। ਨਾਮ ਮਿਲਵਰਤਨ ਅੰਦੋਲਨ। ਆਨਸਰ 1920 ਈਸਵੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਬ੍ਰਿਟਿਸ਼ ਸਰਕਾਰ ਵਿਰੁੱਧ ਇਹ ਅੰਦੋਲਨ ਸ਼ੁਰੂ ਕੀਤਾ। ਛੂਤ-ਛਾਤ ਨੂੰ ਖਤਮ ਕਰਨ ਲਈ ਮਹਾਤਮਾ ਗਾਂਧੀ ਜੀ ਨੇ 1920 ਈਸਵੀ ਵਿੱਚ ਨਾਗਪੁਰ ਵਿਖੇ ਨੀਵੀਆਂ ਜਾਤੀਆਂ ਦੀ ਕਾਨਫਰੰਸ ਕੀਤੀ, ਪਰ ਗਾਂਧੀ ਜੀ ਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਛੂਤ-ਛਾਤ ਨੂੰ ਖਤਮ ਕਰਨ ਲਈ ਕਾਂਗਰਸ ਨੇ ਕੋਈ ਯਤਨ ਨਹੀਂ ਕੀਤਾ, ਜਿਸ ਕਰਕੇ ਨੀਵੀਂ ਜਾਤੀ ਦੇ ਲੋਕਾਂ ਨੇ ਨਾਮ ਮਿਲਵਰਤਨ ਵਿੱਚ ਕਾਂਗਰਸ ਦਾ ਸਾਥ ਨਹੀਂ ਦਿੱਤਾ। ਇਸ ਕਰਕੇ ਉਹ ਹਿੰਦੂ ਸਵਰਾਜ ਨਾਲੋਂ ਬ੍ਰਿਟਿਸ਼ ਰਾਜ ਨੂੰ ਚੰਗਾ ਸਮਝਦੇ ਸਨ। ਨਾਮ ਮਿਲਵਰਤਨ ਮੁਲਤਵੀ। ਇਹ ਅੰਦੋਲਨ ਮੁਲਤਵੀ ਹੋਣ ਤੋਂ ਬਾਅਦ ਕਾਂਗਰਸ ਨੂੰ ਇਹ ਆਦੇਸ਼ ਦਿੱਤਾ ਕਿ ਉਹ ਨੀਵੀਂ ਜਾਤੀ ਦੇ ਲੋਕਾਂ ਦੀ ਸਮਾਜਿਕ, ਮਾਨਸਿਕ ਤੇ ਨੈਤਿਕ ਹਾਲਤ ਸੁਧਾਰਨ ਅਤੇ ਉਹਨਾਂ ਨੂੰ ਸਾਰੇ ਨਾਗਰਿਕਾਂ ਦੇ ਸਮਾਨ ਸਮਝਿਆ ਜਾਵੇ। ਕਾਂਗਰਸ ਦੇ ਉਸਾਰੂ ਪ੍ਰੋਗਰਾਮ 1921 ਈਸਵੀ ਤੋਂ 1923 ਈਸਵੀ ਤੱਕ ਦੌਰਾਨ ਕਾਂਗਰਸ ਨੇ ਨੀਵੀਂ ਜਾਤੀ ਦੇ ਲੋਕਾਂ ਲਈ 49.5 ਲੱਖ ਰੁਪਏ ਹਿੱਤ ਲਈ ਸਨ, ਜਿਨ੍ਹਾਂ ਵਿੱਚੋਂ 43,381 ਰੁਪਏ ਖਰਚ ਕੀਤੇ। ਹਰੀਜਨ ਸ਼ਬਦ ਦੀ ਵਰਤੋਂ। ਹਰੀਜਨ ਸ਼ਬਦ ਦਾ ਅਰਥ ਹੈ ਈਸ਼ਵਰ ਦੇ ਬੱਚੇ। ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ 11 ਫਰਵਰੀ 1933 ਈਸਵੀ ਨੂੰ ਸਪਤਾਹਕ ਸਮਾਚਾਰ ਪੱਤਰ ਸ਼ੁਰੂ ਕੀਤਾ। 7 ਨਵੰਬਰ 1933 ਈਸਵੀ ਨੂੰ ਉਹਨਾਂ ਨੇ ਵਾਦਨਾ ਦੇ ਸਥਾਨ 'ਤੇ ਉਹਨਾਂ ਦੀ ਭਲਾਈ ਲਈ ਦੌਰਾ ਕੀਤਾ। ਅੱਗੇ ਹੈਗਾ ਲੈਸਨ 16 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ। ਇਸ ਪਾਠ ਵਿੱਚ 2 ਅੰਕਾਂ ਦਾ ਇੱਕ ਪ੍ਰਸ਼ਨ ਆਵੇਗਾ। ਨੰਬਰ 1 ਬਸਤੀਵਾਦ ਤੋਂ ਕੀ ਭਾਵ ਹੈ? ਆਨਸਰ ਬਸਤੀਵਾਦ ਦਾ ਭਾਵ ਅਰਥ ਹੈ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਅਧਿਕਾਰ ਕਰਨਾ। ਪ੍ਰਸ਼ਨ 2 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਨਵੇਂ ਕਸਬੇ ਹੋਂਦ ਵਿੱਚ ਆਏ? ਆਨਸਰ ਹੈਗਾ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਨੇ ਇੱਕ ਰਾਜਸੀ ਸ਼ਕਤੀ ਬਣਨ ਨਾਲ ਬੰਬਈ, ਕਾਲਕੱਤਾ ਅਤੇ ਮਦਰਾਸ ਆਦਿ ਨਵੇਂ ਕਸਬੇ ਹੋਂਦ ਵਿੱਚ ਆਏ। ਨੰਬਰ 3 ਮਦਰਾਸ ਸ਼ਹਿਰ ਵਿੱਚ ਵੇਖਣਯੋਗ ਸਥਾਨ ਕਿਹੜੇ ਹਨ? ਆਨਸਰ ਹੈਗਾ ਮਦਰਾਸ ਸ਼ਹਿਰ ਵਿੱਚ ਵੇਖਣਯੋਗ ਸਥਾਨ ਹਨ ਗਿਰਜਾਘਰ, ਭਵਨ, ਸਮਾਰਕ, ਸੁੰਦਰ ਮੰਦਰ ਅਤੇ ਸਮੁੰਦਰੀ ਤੱਟ। ਪ੍ਰਸ਼ਨ 4 ਮੁੰਬਈ ਸ਼ਹਿਰ ਵਿੱਚ ਵੇਖਣਯੋਗ ਸਥਾਨਾਂ ਦੇ ਨਾਮ ਲਿਖੋ। ਆਨਸਰ ਹੈਗਾ ਮੁੰਬਈ ਸ਼ਹਿਰ ਵਿੱਚ ਵੇਖਣਯੋਗ ਸਥਾਨਾਂ ਦੇ ਨਾਂ ਹਨ ਜੂ ਬੀਚ, ਚੌਪਾਟੀ, ਕੋਲਾਬ, ਮਾਲਾਬਾਰ ਹਿੱਲ, ਜਹਾਂਗੀਰ ਆਰਟ ਗੈਲਰੀ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਮਹਾਲਕਸ਼ਮੀ ਮੰਦਰ, ਵਿਕਟੋਰੀਆ ਬਾਗ, ਕਮਲਾ ਨਹਿਰੂ ਪਾਰਕ ਆਦਿ। ਪ੍ਰਸ਼ਨ 5 ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ? ਆਨਸਰ ਹੈਗਾ 1695 ਈਸਵੀ ਵਿੱਚ ਅੰਗਰੇਜ਼ਾਂ ਨੇ ਆਪਣੀ ਪਹਿਲੀ ਵਪਾਰਕ ਫੈਕਟਰੀ ਕਲਕੱਤਾ ਵਿੱਚ ਸਥਾਪਿਤ ਕੀਤੀ। ਇਸ ਦੇ ਆਲੇ ਦੁਆਲੇ ਇੱਕ ਕਿਲ੍ਹਾ ਬਣਾਇਆ। ਪ੍ਰਸ਼ਨ 6 ਅੰਗਰੇਜ਼ ਰਾਜ ਸਮੇਂ ਭਾਰਤ ਵਿੱਚ ਸਭ ਤੋਂ ਪਹਿਲਾਂ ਕਿਹੜੇ 3 ਸ਼ਹਿਰਾਂ ਵਿੱਚ ਨਗਰਪਾਲਿਕਾ ਸਥਾਪਿਤ ਕੀਤੀਆਂ ਗਈਆਂ? ਅੰਗਰੇਜ਼ੀ ਰਾਜ ਸਮੇਂ ਭਾਰਤ ਵਿੱਚ ਸਭ ਤੋਂ ਪਹਿਲਾਂ ਨਗਰਪਾਲਿਕਾਵਾਂ ਮਦਰਾਸ, ਬੰਬਈ ਅਤੇ ਕਲਕੱਤਾ ਵਿੱਚ ਸਥਾਪਿਤ ਕੀਤੀਆਂ ਗਈਆਂ। ਪ੍ਰਸ਼ਨ 7 ਭਾਰਤ ਵਿੱਚ ਸਰਵਜਨਕ ਕਾਰਜ ਨਿਰਮਾਣ ਦੀ ਸਥਾਪਨਾ ਕਿਸ ਅੰਗਰੇਜ਼ੀ ਅਫਸਰ ਨੇ ਕੀਤੀ ਸੀ? ਆਨਸਰ ਹੈਗਾ ਭਾਰਤ ਵਿੱਚ ਸਰਵਜਨਕ ਕਾਰਜ ਨਿਰਮਾਣ ਦੀ ਸਥਾਪਨਾ ਲਾਰਡ ਡਲਹੌਜ਼ੀ ਨੇ ਕੀਤੀ ਸੀ। ਪ੍ਰਸ਼ਨ 8 ਅੰਗਰੇਜ਼ੀ ਰਾਜ ਸਮੇਂ ਭਾਰਤ ਵਿੱਚ ਪੁਲਿਸ ਦਾ ਪ੍ਰਬੰਧ ਕਿਸ ਗਵਰਨਰ ਜਨਰਲ ਨੇ ਸ਼ੁਰੂ ਕੀਤਾ ਸੀ? ਅੰਗਰੇਜ਼ੀ ਰਾਜ ਸਮੇਂ ਭਾਰਤ ਵਿੱਚ ਪੁਲਿਸ ਦਾ ਪ੍ਰਬੰਧ ਲਾਰਡ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀ। ਪ੍ਰਸ਼ਨ 9 ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿਸ ਦੁਆਰਾ, ਕਦੋਂ ਅਤੇ ਕਿੱਥੇ ਤੋਂ ਕਿੱਥੇ ਤੱਕ ਬਣਾਈ ਗਈ? ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੁਆਰਾ 1853 ਈਸਵੀ ਵਿੱਚ ਬੰਬਈ ਤੋਂ ਠਾਣਾ ਸ਼ਹਿਰ ਤੱਕ ਬਣਾਈ ਗਈ। ਇਸ ਤੋਂ ਅੱਗੇ ਹੈਗਾ ਨਿਆਂਪਾਲਿਕਾ ਦੀ ਕਾਰਜਵਿਧੀ। ਇਸ ਪਾਠ ਵਿੱਚੋਂ 2 ਅੰਕਾਂ ਦੇ 2 ਪ੍ਰਸ਼ਨ ਆਉਣਗੇ। ਨਿਆਂਪਾਲਿਕਾ ਕਿਸ ਨੂੰ ਕਹਿੰਦੇ ਹਨ? ਨਿਆਂਪਾਲਿਕਾ ਸਰਕਾਰ ਦਾ ਇੱਕ ਮਹੱਤਵਪੂਰਨ ਅੰਗ ਹੈ। ਇਸ ਦਾ ਕੰਮ ਨਿਆਂ ਕਰਨਾ ਹੁੰਦਾ ਹੈ। ਇਹ ਸੰਵਿਧਾਨ ਅਤੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਅਤੇ ਕਾਨੂੰਨ ਦੀ ਉਲੰਘਣਾ ਵਾਲੇ ਨੂੰ ਸਜ਼ਾ ਦਿੰਦੀ ਹੈ। ਪ੍ਰਸ਼ਨ 2 ਭਾਰਤ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ, ਕਿੱਥੇ ਸਥਿਤ ਹੈ? ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਹੈ ਅਤੇ ਦਿੱਲੀ ਵਿੱਚ ਸਥਿਤ ਹੈ। ਨੰਬਰ 3 ਸਿਵਲ ਮੁਕੱਦਮਾ ਕੀ ਹੈ? ਆਨਸਰ ਸਿਵਲ ਮੁਕੱਦਮਾ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਹਨ। ਇਹਨਾਂ ਮੁਕੱਦਮਿਆਂ ਵਿੱਚ ਨਾਗਰਿਕਾਂ ਦੇ ਮੌਲਿਕ ਅਧਿਕਾਰ, ਵਿਆਹ, ਤਲਾਕ, ਬਲਾਤਕਾਰ, ਜਾਇਦਾਦ, ਜ਼ਮੀਨੀ ਝਗੜਿਆਂ ਦਾ ਆਉਂਦੇ ਹਨ। ਪ੍ਰਸ਼ਨ 4 ਸਰਕਾਰੀ ਵਕੀਲ ਕੌਣ ਹਨ? ਆਨਸਰ ਹੈਗਾ ਸਰਕਾਰੀ ਵਕੀਲ ਉਹ ਵਕੀਲ ਹਨ ਜੋ ਸਰਕਾਰ ਦੇ ਹੱਕ ਵਿੱਚ ਕੇਸ ਲੜਦੇ ਹਨ। ਸਰਕਾਰੀ ਵਕੀਲ ਵੱਖਰੇ ਕੇਸਾਂ ਨੂੰ ਲੜਨ ਲਈ ਵੱਖਰੇ ਹੁੰਦੇ ਹਨ। ਪ੍ਰਸ਼ਨ 5 ਜਨਹਿਤ ਮੁਕੱਦਮਾ ਕੀ ਹੈ? ਆਨਸਰ ਹੈਗਾ ਜਨਹਿਤ ਮੁਕੱਦਮਾ ਸਰਕਾਰ ਦੇ ਕਿਸੇ ਵਿਭਾਗ ਜਾਂ ਅਧਿਕਾਰੀ ਜਾਂ ਸੰਸਥਾ ਦੇ ਵਿਰੁੱਧ ਦਾਇਰ ਕੀਤੇ ਜਾਂਦੇ ਹਨ। ਅਜਿਹੇ ਮੁਕੱਦਮੇ ਦਾ ਸੰਬੰਧ ਸਾਰਵਜਨਕ ਹਿੱਤ ਨਾਲ ਹੋਣਾ ਜ਼ਰੂਰੀ ਹੈ। ਇਹਨਾਂ ਕੇਸਾਂ ਦੀ ਪੈਰਵੀ ਸਰਕਾਰੀ ਵਕੀਲ ਕਰਦੇ ਹਨ। ਪ੍ਰਸ਼ਨ 6 FIR ਕੀ ਹੈ? ਆਨਸਰ FIR ਅਰਥਾਤ ਪਹਿਲੀ ਸੂਚਨਾ ਰਿਪੋਰਟ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਘਟਣ ਦੇ ਸਭ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ ਹੁੰਦਾ ਹੈ। ਪ੍ਰਸ਼ਨ ਅੱਗੇ ਹੈਗਾ ਪਾਠ 26ਵਾਂ ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ। ਇਸ ਪਾਠ ਵਿੱਚ 2 ਅੰਕਾਂ ਦਾ ਇੱਕ ਪ੍ਰਸ਼ਨ ਆਵੇਗਾ। ਪਹਿਲਾ ਪ੍ਰਸ਼ਨ ਹੈਗਾ ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ?
ਆਨਸਰ ਹੈਗਾ ਸਾਡੇ ਸਮਾਜ ਵਿੱਚ ਜਾਤੀ, ਸੰਪਰਦਾਇ, ਭਾਸ਼ਾ ਆਦਿ ਦੇ ਨਾਂ 'ਤੇ ਕਈ ਅਸਮਾਨਤਾਵਾਂ ਪਾਈਆਂ ਜਾਂਦੀਆਂ ਹਨ। ਇਹਨਾਂ ਨੂੰ ਸਮਾਜਿਕ ਅਸਮਾਨਤਾਵਾਂ ਦਾ ਨਾਂ ਦਿੱਤਾ ਜਾਂਦਾ ਹੈ। ਸਮਾਜ ਵਿੱਚ ਕਿਸੇ ਵੀ ਪ੍ਰਕਾਰ ਦੀ ਊਚ ਨੀਚ ਅਤੇ ਭੇਦਭਾਵ ਸਮਾਜਿਕ ਅਸਮਾਨਤਾਵਾਂ ਨੂੰ ਦਰਸਾਉਂਦਾ ਹੈ। ਪ੍ਰਸ਼ਨ 2, ਜਾਤੀਵਾਦ ਅਤੇ ਛੂਤਵਾਦ ਤੋਂ ਕੀ ਭਾਵ ਹੈ? ਜਾਤੀਵਾਦ ਭਾਰਤ ਦੇ ਸਮਾਜ ਜਾਤੀ ਦੇ ਨਾਂ 'ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਹੈ। ਇਹਨਾਂ ਵਰਗਾਂ ਵਿੱਚ ਊਚ ਨੀਚ ਪਾਈ ਜਾਂਦੀ ਹੈ, ਇਸ ਨੂੰ ਜਾਤੀਵਾਦ ਕਹਿੰਦੇ ਹਨ। ਛੂਤ-ਛਾਤ ਭਾਰਤ ਵਿੱਚ ਕੁਝ ਪੱਛੜੀਆਂ ਜਾਤੀਆਂ ਅਤੇ ਲੋਕਾਂ ਨੂੰ ਘ੍ਰਿਣਾ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਕੁਝ ਲੋਕ ਉਹਨਾਂ ਨੂੰ ਛੂਹਣਾ ਵੀ ਪਾਪ ਸਮਝਦੇ ਹਨ। ਇਸ ਪ੍ਰਥਾ ਨੂੰ ਛੂਤ-ਛਾਤ ਕਿਹਾ ਜਾਂਦਾ ਹੈ। ਪ੍ਰਸ਼ਨ 3, ਭਾਸ਼ਾਵਾਦ ਤੋਂ ਕੀ ਭਾਵ ਹੈ? ਭਾਸ਼ਾਵਾਦ ਦਾ ਅਰਥ ਹੈ ਭਾਸ਼ਾ ਦੇ ਨਾਂ 'ਤੇ ਸਮਾਜ ਨੂੰ ਵੰਡਣਾ। ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਸ਼ਾ ਦੇ ਆਧਾਰ 'ਤੇ ਲੋਕ ਵੰਡੇ ਹੋਏ ਹਨ। ਭਾਸ਼ਾ ਦੇ ਆਧਾਰ 'ਤੇ ਹੀ ਰਾਜਾਂ ਦਾ ਗਠਨ ਕੀਤਾ ਜਾਂਦਾ ਹੈ। ਪ੍ਰਸ਼ਨ 4, ਰਾਖਵੇਂਕਰਨ ਦਾ ਕੀ ਅਰਥ ਹੈ? ਭਾਰਤ ਵਿੱਚ ਕੁਝ ਜਾਤੀਆਂ ਬਹੁਤ ਹੀ ਪਛੜੀਆਂ ਹੋਈਆਂ ਹਨ ਕਿਉਂਕਿ ਇਹਨਾਂ ਦਾ ਹੋਰ ਜਾਤੀਆਂ ਦੁਆਰਾ ਸ਼ੋਸ਼ਣ ਹੁੰਦਾ ਰਿਹਾ ਹੈ। ਇਹਨਾਂ ਨੂੰ ਅਨੁਸੂਚਿਤ ਜਾਤੀਆਂ ਦਾ ਨਾਂ ਦਿੱਤਾ ਗਿਆ ਹੈ। ਇਹਨਾਂ ਦੇ ਉਤਥਾਨ ਲਈ ਲੋਕ ਸਭਾ, ਵਿਧਾਨ ਸਭਾ ਅਤੇ ਨੌਕਰੀਆਂ ਵਿੱਚ ਇਹਨਾਂ ਲਈ ਸਥਾਨ ਰਾਖਵੇਂ ਰੱਖੇ ਗਏ ਹਨ। ਇਹਨਾਂ ਨੂੰ ਰਾਖਵਾਂਕਰਨ ਕਿਹਾ ਜਾਂਦਾ ਹੈ। ਪ੍ਰਸ਼ਨ 5, ਕੀ ਮੈਲਾ ਢੋਣਾ ਦੀ ਪ੍ਰਥਾ ਬੰਦ ਹੋ ਗਈ ਹੈ? ਆਨਸਰ ਹੈਗਾ ਮੈਲਾ ਢੋਣਾ ਦੀ ਪ੍ਰਥਾ ਇੱਕ ਘ੍ਰਿਣਾਪੂਰਨ ਪ੍ਰਥਾ ਸੀ। ਇਹ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਸੀ। ਮੈਲਾ ਢੋਣਾ ਵਾਲੀ ਜਾਤੀ ਦੇ ਲੋਕਾਂ ਨੂੰ ਅਛੂਤ ਮੰਨਿਆ ਜਾਂਦਾ ਸੀ। ਹਰੇਕ ਵਿਅਕਤੀ ਉਹਨਾਂ ਨੂੰ ਘ੍ਰਿਣਾ ਕਰਦਾ ਸੀ। ਸਮੇਂ ਦੇ ਪਰਿਵਰਤਨ ਨਾਲ ਇਸ ਬੁਰਾਈ ਨੂੰ ਸਮਾਪਤ ਕਰਨਾ ਜ਼ਰੂਰੀ ਸੀ। ਸਮੇਂ-ਸਮੇਂ 'ਤੇ ਸਰਕਾਰਾਂ ਇਸ ਨੂੰ ਬੰਦ ਕਰਨ 'ਤੇ ਵਿਚਾਰ ਕਰਦੀਆਂ ਰਹੀਆਂ। ਹੁਣ ਕਾਨੂੰਨ ਦੇ ਅਨੁਸਾਰ ਸਿਰ 'ਤੇ ਮੈਲਾ ਢੋਣ ਦੀ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਹੈ। ਇਸ ਦੇ ਵਿਰੁੱਧ ਦੰਡ ਦੇਣ ਦੇ ਕਾਨੂੰਨ ਦੀ ਵਿਵਸਥਾ ਕਰ ਦਿੱਤੀ ਗਈ ਹੈ। ਉਸ ਤੋਂ ਅੱਗੇ ਹੈਗਾ ਪ੍ਰਸ਼ਨ 6, ਅਨਪੜ੍ਹਤਾ ਦਾ ਲੋਕਤੰਤਰ 'ਤੇ ਕੀ ਪ੍ਰਭਾਵ ਪੈਂਦਾ ਹੈ? ਆਨਸਰ ਹੈਗਾ ਨੰਬਰ 1, ਅਨਪੜ੍ਹਤਾ ਬਹੁਤ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਇਸ ਕਾਰਨ ਬੇਕਾਰੀ, ਧਾਰਮਿਕ ਸੋੜਾਪਣ, ਅੰਧ ਵਿਸ਼ਵਾਸ ਆਦਿ ਭਾਵਨਾਵਾਂ ਪੈਦਾ ਹੁੰਦੀਆਂ ਹਨ। ਨੰਬਰ 2, ਅਨਪੜ੍ਹ ਵਿਅਕਤੀ ਇੱਕ ਚੰਗਾ ਨਾਗਰਿਕ ਨਹੀਂ ਬਣ ਸਕਦਾ। ਤਾਂ ਹਾਂਜੀ ਦੋਸਤੋ, 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਮਾਜਿਕ ਸਿੱਖਿਆ ਦੇ ਪੇਪਰ ਦੇ 2 ਨੰਬਰ ਵਾਲੇ ਇੰਪੋਰਟੈਂਟ ਪ੍ਰਸ਼ਨ ਜਿਹੜੇ ਆਪਾਂ ਤੁਹਾਨੂੰ ਪੂਰੇ ਵੀਡੀਓ ਵਿੱਚ ਦੱਸੇ ਅਤੇ 3 ਨੰਬਰ ਵਾਲੇ ਪ੍ਰਸ਼ਨ ਵੀ ਆਪਾਂ ਜਲਦੀ ਅਪਲੋਡ ਕਰਾਵਾਂਗੇ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ, ਉੱਥੇ PDF ਅਪਲੋਡ ਕਰਾਂਗੇ ਅਤੇ PDF ਦਾ ਪਾਸਵਰਡ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ। ਧੰਨਵਾਦ। ਅੱਜ ਦੀ ਵੀਡੀਓ 'ਚ ਇੰਨਾ ਹੀ, ਮਿਲਦਾ ਕਿਸੇ ਹੋਰ ਵੀਡੀਓ ਵਿੱਚ।